सत श्री अकाल, you're watching Hashtag। दोस्तों हैशटैग ਦੇ ਵਿੱਚ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੇ ਨਾਲੇ ਇਹ ਵੀ ਕਹੂੰਗੀ ਕਿ ਹੈਸ਼ਟੈਗ ਦੇ ਵਿੱਚ ਆ ਕੇ ਹੁਣ ਤੁਸੀਂ ਹੋਣ ਵਾਲੇ ਹੋ ਕੁਇਕਲੀ ਅਪਡੇਟ ਅਬਾਊਟ ਬਾਲੀਵੁੱਡ ਬਾਲੀਵੁੱਡ। ਇਹ ਸਾਰਾ ਕੁਝ ਅਸੀਂ ਸ਼ੁਰੂ ਕਰਾਂਗੇ ਪਰ ਕੁਇਕਲੀ ਤੁਹਾਨੂੰ ਇਹ ਦੱਸਾਂਗੇ ਕਿ ਅੱਜ ਦੇ ਐਪੀਸੋਡ ਦੇ ਵਿੱਚ ਹੋਏਗਾ ਕੀ ਖਾਸ। ਸਭ ਤੋਂ ਪਹਿਲਾਂ ਤੁਹਾਡੇ ਫੇਵਰਿਟ ਐਕਟਰਸ ਨੂੰ ਕਿੱਥੇ ਕੀਤਾ ਗਿਆ ਪੈਪ ਇਹ ਤੁਹਾਨੂੰ ਦਿਖਾਵਾਂਗੇ ਤੇ ਫਿਰ ਤੁਹਾਡੀ ਮੁਲਾਕਾਤ ਕਰਵਾਵਾਂਗੇ ਇੱਕ ਐਸੀ ਐਕਟਰੈਸ ਦੇ ਨਾਲ ਜੋ ਜਵਾਨ ਫਿਲਮ ਦੇ ਵਿੱਚ ਸ਼ਾਹਰੁਖ ਖਾਨ ਦੇ ਨਾਲ ਫੀਚਰ ਹੋਈ ਸੀ। ਕੀ ਕੁਝ ਕਹਿਣਾ ਹੈ ਉਹਨਾਂ ਦਾ ਆਪਣੇ ਅਪਕਮਿੰਗ ਪ੍ਰੋਜੈਕਟ ਦੇ ਬਾਰੇ ਇਹ ਵੀ ਤੁਹਾਨੂੰ ਦਿਖਾਵਾਂਗੇ। ਫਿਰ ਇਸ ਤੋਂ ਬਾਅਦ ਹੈਪੀ ਵਾਲਾ ਬਰਥਡੇ ਮਨਾਵਾਂਗੇ ਇੱਕ ਪੰਜਾਬੀ ਮੁਟਿਆਰ ਦਾ। ਕੌਣ ਹੈ ਉਹ ਮੁਟਿਆਰ ਇਹ ਵੀ ਤੁਹਾਨੂੰ ਦੱਸਾਂਗੇ। ਫਿਰ ਸੌਂਗ ਆਫ ਦ ਡੇ ਤੇ ਚੱਲਣਾ ਹੀ ਹੈ ਬਈ, ਉਹ ਤੇ ਪਿੱਛੇ ਰਹਿ ਹੀ ਨਹੀਂ ਸਕਦਾ। ਫਿਰ ਇੱਕ ਅਪਕਮਿੰਗ ਫਿਲਮ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਲੈ ਕੇ ਜਾਵਾਂਗੇ ਤੁਹਾਨੂੰ ਤੇ ਉੱਥੇ ਮੀਡੀਆ ਦੇ ਸਵਾਲ ਜਵਾਬ ਕੀ ਹੋਏ, ਕੀ ਆਨਸਰਸ ਦਿੱਤੇ ਤੁਹਾਡੇ ਫੇਵਰਿਟ ਸੈਲੀਬ੍ਰਿਟੀਜ਼ ਨੇ, ਇਹ ਸਭ ਕੁਝ ਜਾਣਾਂਗੇ ਅੱਜ ਦੇ ਇਸ ਐਪੀਸੋਡ ਦੇ ਵਿੱਚ। ਯਾਨੀ ਕਿ ਅੱਜ ਦਾ ਐਪੀਸੋਡ ਹੋਏਗਾ ਐਂਟਰਟੇਨਮੈਂਟ ਦੇ ਨਾਲ ਭਰਪੂਰ। ਸੋ ਵਿਦਆਊਟ ਐਨੀ ਫਰਦਰ ਅਡੂ ਸ਼ੁਰੂਆਤ ਕਰਦੇ ਹਾਂ ਸਾਡੇ ਪਹਿਲੇ ਸੈਗਮੈਂਟ ਦੇ ਨਾਲ ਜਿਹਦਾ ਨਾਮ ਹੈ ਫਾਇਰੀ ਸ਼ਾਟਸ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੀ ਫਾਇਰੀ ਸ਼ਾਟਸ ਦੇ ਵਿੱਚ ਤੁਹਾਡੇ ਫੇਵਰਿਟ ਐਕਟਰਸ ਦੀ ਸਪੌਟਿੰਗ ਦੇ ਨਾਲ। ਸਭ ਤੋਂ ਪਹਿਲਾਂ ਦਿਖਾਉਂਦੇ ਹਾਂ ਤੁਹਾਨੂੰ ਅਲਾਇਆ ਐਫ ਯਾਨੀ ਕਿ ਅਲਾਇਆ ਫਰਨੀਚਰ ਵਾਲਾ। ਯੈਸ ਅਲਾਇਆ ਨਜ਼ਰ ਆਈ ਜੀ ਆਫਟਰ ਅ ਡਿਨਰ ਡੇਟ ਤੇ ਇਹ ਜਿਹੜੀ ਜਗ੍ਹਾ ਹੈ ਇਹ ਬੜੀ ਹੀ ਫੇਮਸ ਜਗ੍ਹਾ ਹੈ। ਅਕਸਰ ਸੈਲੀਬ੍ਰਿਟੀਜ਼ ਇੱਥੇ ਪੈਪ ਹੁੰਦੇ ਹੀ ਰਹਿੰਦੇ ਨੇ। ਫਿਲਹਾਲ ਅਲਾਇਆ ਜੋ ਵੇਅਰ ਕਰ ਰਹੇ ਨੇ ਉਹਦੇ ਬਾਰੇ ਥੋੜੀ ਜਿਹੀ ਡਿਸਕ੍ਰਿਪਸ਼ਨ ਦੇ ਦੇਣੇ ਆ। ਵੈਰੀ ਬੇਸਿਕ ਬਲੈਕ ਆਊਟਫਿਟ ਲਾਈਕ ਅ ਬਲੈਕ ਕ੍ਰੌਪ ਟੌਪ ਐਂਡ ਕੋਰੀਅਨ ਪੈਂਟਸ, ਦੈਟਸ ਇਟ। ਪਰ ਆਈ ਰੀਅਲੀ ਲਾਈਕ ਕਿ ਹੁਣ ਸੈਲੀਬ੍ਰਿਟੀਜ਼ ਨਾ ਬਹੁਤ ਹੀ ਕੈਜੂਅਲ ਯੈਟ ਬਹੁਤ ਹੀ ਰੀਅਲ ਲੁੱਕਸ ਰੱਖਣ ਲੱਗ ਗਏ ਨੇ ਐਂਡ ਦੇ ਆਰ ਨਾਟ ਓਵਰ ਡਰੈਸਡ ਬਿਕੋਜ਼ ਜਦੋਂ ਇਹ ਪੈਪ ਕਲਚਰ ਨਵਾਂ ਸ਼ੁਰੂ ਹੋਇਆ ਸੀਗਾ ਆਈ ਥਿੰਕ ਸੈਲੀਬ੍ਰਿਟੀਜ਼ ਵਰ ਓਵਰ ਡੂਇੰਗ 에ਅਰਪੋਰਟ ਲੁੱਕਸ ਜਾਂ ਫਿਰ ਜੋ ਵੀ ਲੁੱਕਸ ਹੁੰਦੀਆਂ ਸੀਗੀਆਂ ਉਹਨਾਂ ਦੀਆਂ ਜਿੱਥੇ ਉਹਨਾਂ ਨੇ ਪੈਪ ਹੋਣਾ ਹੁੰਦਾ ਸੀਗਾ। ਬਟ ਨਾਓ ਦ ਈਜ਼ ਇਜ਼ ਵੈਰੀ ਮਚ ਵਿਜ਼ੀਬਲ ਔਰ ਉਹ ਸਾਫ਼ ਨਜ਼ਰ ਆਉਂਦੀ ਹੈ ਸਾਡੇ ਇਹਨਾਂ ਸੈਲੀਬ੍ਰਿਟੀਜ਼ ਦੀ ਸਟਾਈਲਿੰਗ ਦੇ ਵਿੱਚ। ਆਲਰਾਈਟ, ਅੱਗੇ ਸਪੌਟਿੰਗ ਦੇ ਵਿੱਚ ਨਜ਼ਰ ਆਏ ਸਾਨੂੰ ਅੰਨਾ ਯਾਨੀ ਕਿ ਸੁਨੀਲ ਸ਼ੈਟੀ ਜੀ। ਸੁਨੀਲ ਸ਼ੈਟੀ ਜੀ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਨਿਊਜ਼ ਦੇ ਵਿੱਚ ਬਣੇ ਹੋਏ ਨੇ ਫॉर ਆਲ ਦ ਗੁੱਡ ਰੀਜ਼ਨਸ ਕਿਉਂਕਿ ਉਹਨਾਂ ਨੇ ਕਾਫੀ ਇੰਟਰਵਿਊਜ਼ ਦੇ ਵਿੱਚ ਆਪਣੀ ਨਿਊ ਗ੍ਰੈਂਡ ਡਾਟਰ ਦੇ ਵੈਲਕਮ ਦੀ ਕਹਾਣੀਆਂ ਸ਼ੇਅਰ ਕੀਤੀਆਂ ਨੇ, ਉਹਨਾਂ ਦੇ ਨਾਮ ਰੱਖਣ ਦੀ ਕਹਾਣੀ ਸ਼ੇਅਰ ਕੀਤੀ ਹੈ, ਹਾਊ ਹੀ ਫੀਲਸ ਆਫਟਰ ਬਿਕਮਿੰਗ ਅ ਗ੍ਰੈਂਡ ਫਾਦਰ ਇਹ ਵੀ ਸ਼ੇਅਰ ਕੀਤਾ ਹੈ ਤੇ ਇੱਥੇ ਇਹਨਾਂ ਨੂੰ ਸਪੌਟ ਕੀਤਾ ਗਿਆ ਐਂਡ ਆਈ ਥਿੰਕ ਹੀ ਵਾਸ ਗੋਇੰਗ ਇਨਸਾਈਡ ਫॉर ਅ ਲੰਚ ਡੇਟ। Alright, the look was very casual and cool ਤੇ ਅੰਨਾ ਦੇ ਕੋਲੋਂ ਅਸੀਂ ਇਹ ਜਿਹੀ ਲੁੱਕਸ ਐਕਸਪੈਕਟ ਕਰਦੇ ਆ very cool and casual। Up next we have ਪਰੇਸ਼ ਰਾਵਲ। ਪਰੇਸ਼ ਰਾਵਲ ਨੂੰ ਬਹੁਤ ਲੰਬੇ ਅਰਸੇ ਤੋਂ ਬਾਅਦ ਸਪੌਟ ਕੀਤਾ ਗਿਆ ਹੈ by the Paps but what I see over here is a lot of excitement ਕਿਉਂਕਿ ਪਰੇਸ਼ ਰਾਵਲ ਬਹੁਤ ਜਲਦ ਨਜ਼ਰ ਆਉਣ ਵਾਲੇ ਨੇ ਫਿਰ ਹੇਰਾ ਫੇਰੀ 3 ਦੇ ਵਿੱਚ and I am so excited to see him। हेरा फेरी सीरीज ਜਿਹੜੀ ਹੈ ਬਈ ਇਹ ਸਾਡੇ ਸਾਰਿਆਂ ਦੇ ਬਚਪਨ ਦੀ ਕਲਟ ਕਲਾਸਿਕ ਫੇਵਰਿਟ ਫਿਲਮ ਹੈ ਤੇ ਹੁਣ ਫਿਰ ਹੇਰਾ ਫੇਰੀ ਤੋਂ ਬਾਅਦ ਹੇਰਾ ਫੇਰੀ 3 ਬਣਨ ਵਾਲੀ ਹੈ। ਆਈ ਥਿੰਕ ਆਈ ਐਮ ਵੈਰੀ ਐਕਸਾਈਟਡ ਤੇ ਬਸ ਇਹ ਫਿਲਮ ਜਿਹੜੀ ਹੈ ਆਲਰੇਡੀ ਪ੍ਰੋਸੈਸ ਦੇ ਵਿੱਚ ਆ ਚੁੱਕੀ ਹੈ। 2026 ਦੇ ਵਿੱਚ ਹੋਏਗੀ ਇਹ ਫਿਲਮ ਰਿਲੀਜ਼। ਇਸ ਤੋਂ ਬਾਅਦ ਸਪੌਟ ਕੀਤੇ ਗਏ ਹਾਰਦਿਕ ਪਾਂਡਿਆ ਦੇ ਐਕਸ ਵਾਈਫ ਯਾਨੀ ਕਿ ਨਤਾਸ਼ਾ। ਨਤਾਸ਼ਾ ਹਮੇਸ਼ਾ ਹੀ ਬਹੁਤ ਹੀ ਜ਼ਿਆਦਾ ਜਿਮ ਮੋਡ ਦੇ ਵਿੱਚ ਰਹਿੰਦੇ ਨੇ। ਜ਼ਿਆਦਾਤਰ ਉਹਨਾਂ ਨੂੰ ਜਿਮ ਤੋਂ ਆਉਂਦੇ ਹੋਏ ਹੀ ਬਾਹਰ ਸਪੌਟ ਕੀਤਾ ਜਾਂਦਾ ਜਾਂ ਫਿਰ ਉਹਨਾਂ ਦੀ ਪਿਲਾਟੇ ਜਾਂ ਯੋਗਾ ਕਲਾਸ ਤੋਂ ਜਦੋਂ ਉਹ ਬਾਹਰ ਆਉਂਦੇ ਨੇ ਐਂਡ ਇੱਥੇ ਨਜ਼ਰ ਆ ਰਹੇ ਨੇ ਨਤਾਸ਼ਾ ਆਪਣੇ ਜਿਮ ਬਡੀ ਦੇ ਨਾਲ ਤੇ ਇਹਨਾਂ ਦੇ ਨਾਲ ਉਹ ਪਹਿਲਾਂ ਵੀ ਕਾਫੀ ਵਾਰ ਸਪੌਟ ਹੋ ਚੁੱਕੇ ਨੇ। ਸੋ ਨਾਓ ਵੀ ਵਾਂਟ ਟੂ ਨੋ ਹੂ ਇਜ਼ ਦਿਸ ਮੈਨ। ਇਸ ਤੋਂ ਬਾਅਦ ਚੱਲਦੇ ਹਾਂ ਅੱਗੇ ਤੇ ਸਪੌਟ ਕੀਤੇ ਗਏ ਨੇ ਦ ਸੈਂਸੇਸ਼ਨ ਆਫ ਬਾਲੀਵੁੱਡ, ਦ ਹਾਰਟ ਥ੍ਰੋਬ ਫॉर ਜਨਰੇਸ਼ਨਸ ਟੂ ਕਮ ਯਾਨੀ ਕਿ ਮਾਧੁਰੀ ਦੀਕਸ਼ਿਤ ਨੇ। ਮਾਧੁਰੀ ਜੀ ਬਹੁਤ ਹੀ ਘੱਟ ਸਪੌਟ ਕੀਤੇ ਜਾਂਦੇ ਨੇ। ਅਕਸਰ ਜੇ ਉਹਨਾਂ ਨੂੰ ਸਪੌਟ ਕੀਤਾ ਜਾਏ ਇਟਸ ਮੋਸਟਲੀ ਐਟ ਥੀਸ ਇਵੈਂਟਸ ਔਰ ਰਿਐਲਿਟੀ ਸ਼ੋਜ਼ ਜਿੱਥੇ ਉਹ ਐਜ਼ ਜੱਜ ਜਾਂਦੇ ਨੇ ਬਟ ਦਿਸ ਟਾਈਮ ਵੀ ਸਪੌਟਡ ਹਰ ਆਊਟਸਾਈਡ ਅ ਸੈਲੂਨ ਇਨ ਬਾਂਦਰਾ। ਅੱਗੇ ਵਧਦੇ ਹਾਂ ਤੇ ਅੱਗੇ ਗੱਲ ਕਰਦੇ ਹਾਂ ਵਾਮਿਕਾ ਦੀ। ਵਾਮਿਕਾ ਗੱਬੀ ਵਾਸ ਆਲਸੋ ਸਪੌਟਡ। ਤੁਸੀਂ ਸਾਰੇ ਜਾਣਦੇ ਹੋ ਕਿ ਵਾਮਿਕਾ बैक टू बैक प्रमोशंस करते हुए नजर आ रहे ने, कभी एक जगह कभी दूसरी जगह बहुत ही एंटरटेनिंग रील्स पाते हुए भी नजर आ रहे ने राजकुमार राव दे नाल क्योंकि उन्हां दी फिल्म आ रही है भूल चूक माफ। नाल ही इत्थे तुहानू एक वड्डी अनाउंसमेंट भी दस देने आ फिल्म भूल चूक माफ जो कि पहला रिलीज होने वाली सी सिनेमा घरां दे विच। इस फिल्म के प्रोड्यूसर मैडॉक फिल्म ने यह फैसला लिया है कि यह फिल्म हुण सिनेमा घरां दे विच नहीं लगेगी अमिड द इंडो पाक वॉर टेंशनस ते हुण ये जिहड़ी फिल्म है ये लगेगी सीधा एक OTT प्लेटफॉर्म ते जिहदा नाम है प्राइम वीडियो। सो इन केस तुसी भूल चूक माफ देखना चाहुंदे सीगे हले भी देख सकते हो बट नाउ फ्रॉम द कंफर्ट ऑफ योर होम एंड फ्रॉम योर टीवी।
ਅਪ ਨੈਕਸਟ ਇਜ਼ ਅਨੁਪਮ ਖੇਰ ਜੀ ਦੀ ਅਪਕਮਿੰਗ ਫਿਲਮ ਤਨਵੀ ਦ ਗ੍ਰੇਟ। ਤੁਹਾਨੂੰ ਅਸੀਂ ਆਪਣੇ ਹੀ ਸ਼ੋਅ ਦੇ ਵਿੱਚ ਦਿਖਾਇਆ ਸੀਗਾ ਕਿ ਕਿਵੇਂ ਅਨੁਪਮ ਖੇਰ ਜੀ ਇਜ਼ ਨਾਓ ਡੋਨਿੰਗ ਦ ਹੈਟ ਆਫ ਅ ਡਾਇਰੈਕਟਰ ਐਂਡ ਦਿਸ ਇਜ਼ ਐਕਚੁਅਲੀ ਦ ਸੈਕਿੰਡ ਟਾਈਮ ਹੀ ਇਜ਼ ਡੂਇੰਗ ਸੋ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਅਨੁਪਮ ਖੇਰ ਨੇ ਕਿਹੜੀ ਫਿਲਮ ਡਾਇਰੈਕਟ ਕੀਤੀ ਸੀ? ਦੋਸਤੋ ਜੇ ਤੁਹਾਨੂੰ ਨਹੀਂ ਪਤਾ ਸੁਣ ਕੇ ਕਾਫੀ ਸ਼ੌਕ ਹੋ ਜਾਓਗੇ। ਫਿਲਮ ਦਾ ਨਾਮ ਸੀਗਾ ਓਮ ਜੈ ਜਗਦੀਸ਼। ਯੈਸ, ਇਹ ਜਿਹੜੀ ਫਿਲਮ ਸੀਗੀ ਇਹ ਬਾਕਸ ਆਫਿਸ ਤੇ ਕਾਫੀ ਵੱਡੀ ਫਲॉप ਸਾਬਿਤ ਹੋਈ ਸੀ। ਇਸ ਫਿਲਮ ਦੇ ਵਿੱਚ ਅਨਿਲ ਕਪੂਰ ਵੀ ਸੀਗੇ, ਹੋਰ ਵੀ ਬਹੁਤ ਵੱਡੇ ਵੱਡੇ ਐਕਟਰ ਸੀਗੇ, ਫਰਦੀਨ ਖਾਨ ਸੀਗੇ ਇਸ ਫਿਲਮ ਦੇ ਵਿੱਚ। ਬਟ ਓਮ ਜੈ ਜਗਦੀਸ਼ ਫਿਲਮ ਹੋਈ ਸੀ ਫਲॉप ਤੇ ਹੁਣ ਇੰਨੇ ਸਾਲਾਂ ਦੇ ਲੰਬੇ ਗੈਪ ਤੋਂ ਬਾਅਦ ਅਨੁਪਮ ਖੇਰ ਫਿਰ ਤੋਂ ਡਾਇਰੈਕਟਰ ਬਣਨ ਜਾ ਰਹੇ ਨੇ ਇਨ ਦ ਫਿਲਮ ਤਨਵੀ ਦ ਗ੍ਰੇਟ, ਜਿਹਦੇ ਵਿੱਚ ਉਹਨਾਂ ਨੇ ਇੱਕ ਨਵਾਂ ਫੇਸ ਬਾਲੀਵੁੱਡ ਦੇ ਵਿੱਚ ਲਾਂਚ ਕੀਤਾ ਹੈ। ਉਹਨਾਂ ਦੇ ਹੀ ਸਕੂਲ ਦ ਐਕਟਰ ਪ੍ਰੀਪੇਅਰਸ ਤੋਂ ਹੈ ਇਹ ਨਵਾਂ ਚਿਹਰਾ। ਇਹਨਾਂ ਦਾ ਨਾਮ ਸ਼ੁਭਾਂਗੀ ਹੈ ਤੇ ਤਨਵੀ ਦ ਗ੍ਰੇਟ ਦੇ ਵਿੱਚ ਇਹ ਤਨਵੀ ਦਾ ਕਿਰਦਾਰ ਨਿਭਾਉਣਗੇ। ਬਟ ਖਬਰ ਅੱਜ ਇਹ ਹੈ ਕਿ ਇਸੇ ਫਿਲਮ ਦੇ ਨਾਲ ਜੁੜੇ ਹੋਏ ਹੋਰ ਵੀ ਕਾਫੀ ਸਾਰੇ ਕਿਰਦਾਰ ਇੱਕ ਇੱਕ ਕਰਕੇ ਅਨੁਪਮ ਖੇਰ ਅਨਵੀਲ ਕਰ ਰਹੇ ਨੇ ਕਿ ਇਸ ਫਿਲਮ ਦੇ ਨਾਲ ਹੋਰ ਕਿਹੜੇ ਐਕਟਰਸ ਜੁੜੇ ਹੋਏ ਨੇ। ਹਾਲੇ ਦੇ ਵਿੱਚ ਹੀ ਪਤਾ ਲੱਗਾ ਹੈ ਕਿ ਜੈਕੀ ਸ਼ਰॉफ ਇਸ ਫਿਲਮ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਨਿਭਾ ਰਹੇ ਨੇ, ਇੱਕ ਬਹੁਤ ਹੀ ਅਹਿਮ ਕੈਰੈਕਟਰ ਨਿਭਾ ਰਹੇ ਨੇ। ਇਹਦੇ ਪਿੱਛੇ ਵੀ ਇੱਕ ਛੋਟੀ ਜਿਹੀ ਕਹਾਣੀ ਹੈ ਜੋ ਅਨੁਪਮ ਖੇਰ ਨੇ ਸ਼ੇਅਰ ਕੀਤੀ ਹੈ ਤੇ ਇਸ ਕਹਾਣੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਤਨਵੀ ਦ ਗ੍ਰੇਟ ਦੇ ਜਿਹੜੇ ਗੀਤ ਨੇ ਉਹ ਸੁਣਾਏ ਸੀਗੇ ਜੈਕੀ ਸ਼ਰॉफ ਸਾਹਿਬ ਨੂੰ ਤੇ ਉਹਨਾਂ ਨੇ ਗਾਣੇ ਸੁਣਨ ਤੋਂ ਬਾਅਦ ਆਪ ਕਿਹਾ ਕਿ ਮੈਂ ਚਾਹੁੰਦਾ ਵਾਂ ਕਿ ਤੁਸੀਂ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਓ, ਮੈਨੂੰ ਇਹ ਫਿਲਮ ਦੀ ਜਿਹੜੀ ਵਾਈਬ ਹੈ ਨਾ ਉਹ ਹੀ ਬੜੀ ਚੰਗੀ ਲੱਗ ਰਹੀ ਹੈ ਐਂਡ ਯੂ ਕੈਨ ਨਾਟ ਮੇਕ ਦਿਸ ਫਿਲਮ ਵਿਦਆਊਟ। तो बस फिर इसे तरह अनुपम खेर ने कास्ट कर लिया जैकी श्रॉफ जी ਨੂੰ इन तन्वी द ग्रेट। ਅੱਗੇ ਗੱਲ ਕਰਦੇ ਆ ਇੱਕ ਵਾਰ ਫਿਰ ਤੋਂ ਮੈਟ ਗਾਲਾ ਦੀ। ਜੀ ਹਾਂ, ਤੁਸੀਂ ਕਹੋਗੇ ਵੀ ਮੈਟ ਗਾਲਾ ਤੇ ਕਦੇ ਦਾ ਹੋ ਕੇ ਕਦੇ ਦਾ ਖਤਮ ਵੀ ਹੋ ਗਿਆ, ਬਟ ਆਈ ਥਿੰਕ ਦੋਸਤੋ ਮੈਂ ਨਾ ਦਿਲਜੀਤ ਦੋਸਾਂਝ ਦੇ ਲੁਕਸ ਤੋਂ ਉੱਪਰ मूव नहीं कर पा रही एंड आई एम जस्ट स्क्रोलिंग द इंटरनेट टू नो मोर एंड मोर डिटेल्स अबाउट दिलजीत दोसांझ's आउटफिट। वैसे मैं ਤੁਹਾਨੂੰ ਦੱਸ ਦਿਆਂ ਕਿ ਜਿਹੜਾ ਆਊਟਫਿਟ ਦਿਲਜੀਤ ਦੋਸਾਂਝ ਨੇ ਪਾਇਆ ਸੀਗਾ ਔਨ ਦ ਬਲੂ ਕਾਰਪੇਟ ऑफ मैट गाला, ये आउटफिट डिजाइन किया सीगा प्रबल गुरंग नाम दे एक डिजाइनर ने ते इन्हां ने कुछ डिटेल्स शेयर कीतियां ने अपने इंस्टाग्राम हैंडल ते, जिस दे विच इन्हां ने दस्सिया कि किवें ये जिहड़ा आउटफिट है इनू बनाउण दे लई 50 कारीगर लगे सीगे कंटीन्यूअसली 4 दिनां दे लई। एंड जिहड़ा तुसीं वर्क देख रहे हो पिछे जिथे गुरमुखी दे विच ऊड़ा एड़ा लिखिया होया है ਉਹ ਜਿਹੜੀ ਸਾਰੀ ਲਿਖਾਈ ਹੈ ਨਾ ਉਹ ਕੀਤੀ ਗਈ ਹੈ 골ਡ ਥ੍ਰੈਡ ਦੇ ਨਾਲ ਔਰ ਪੰਜਾਬ ਦਾ ਜਿਹੜਾ ਮੈਪ ਬਣਾਇਆ ਗਿਆ ਹੈ ਉਹ ਵੀ 골ਡ ਥ੍ਰੈਡ ਦੇ ਨਾਲ ਬਣਾਇਆ ਗਿਆ ਹੈ। ਬੇਸਿਕਲੀ ਦ ਡਿਟੇਲਸ ਵਰ ਬਿਊਟੀਫੁਲ। ਜੂਲਰੀ ਦੀ ਗੱਲ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ। ਇੱਕ ਲੋਕਲ ਬ੍ਰਾਂਡ ਨੇ इंस्पायर होके फ्रॉम महाराजा ऑफ पटियाला जूलरी डिजाइन की सीगी एंड द जूलरी वॉज जस्ट गॉर्जियस, बहुत ही खूबसूरत जूलरी सीगी। एंड एक्चुअली मैं तुहानू एक होर फन फैक्ट दसना चाहनी हाँ कि कार्टियर ने जिहड़ी अपनी जूलरी दी रियल जूलरी सीगी वो म्यूजियम दे विच लॉक इन की हुई है। इसे करके वो जिहड़ी ब्रांड है उन्होंने हूबहू रिक्रिएट करने की कोशिश की महाराजा ऑफ पटियाला के जूल्स नू, बट दैट वाज नॉट द ओरिजिनल जूलरी। बट नेवरदलेस दिलजीत दोसांझ जस्ट रॉक द लुक। उन्होंने पूरी तरह ओन किया है वो मूवमेंट एंड इतों तक कि ये भी कहा जा रहा है कि वोग मैगजीन जिन्होंने टाई अप किया सीगा मैट गाला दे नाल, जो उन्होंने ये जानकारी ली कि इस साल की सब तो बेस्ट लुक है, सब तो स्टाइलिश लुक्स दे विचों लोकां नूं किहड़ी लुक लगी है उन्होंने वोटिंग कराई सीगी ते 88% लोगों ने दिलजीत दोसांझ के लिए वोट किया है ग्लोबली। एंड आई थिंक दिस इज ह्यूज। दिलजीत ने सानू वर्ल्ड मैप ते एक बार फिर तो पिन कर दिता है एंड वी आर सो प्राउड। दोस्तों ये सीगे आज दे फायरी शॉट्स, यानी कि हुण तुसीं अप टू डेट हो चुके हो कि बॉलीवुड दे विच करंटली चल की रहा है, पंजाबी सिनेमा दे विच की चल रहा है। हुण गल करदे हां जी एक ऐसे सैलेब्रिटी दे बारे जिन्हां दे नाल असीं करन जा रहे हां ग्लॉसी गॉसिप्स, क्योंकि ये है साडा शानदार सेगमेंट जिहदा नाम है ग्लॉसी गॉसिप्स। ग्लॉसी गॉसिप्स ਦੇ ਵਿੱਚ ਅੱਜ ਜਿਨ੍ਹਾਂ ਦੇ ਨਾਲ ਅਸੀਂ ਗੱਪਸ਼ਪ ਕਰਨ ਜਾ ਰਹੇ ਹਾਂ ਇਹ ਇੱਕ ਐਸੀ ਐਕਟਰੈਸ ਨੇ ਜਿਨ੍ਹਾਂ ਦਾ ਚਿਹਰਾ ਦੇਖਦੇ ਹੀ ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੇ ਜ਼ਿਹਨ ਦੇ ਵਿੱਚ ਪਹਿਲਾ ਨਾਮ ਆਏਗਾ ਇਹਨਾਂ ਦੇ ਸੀਰੀਅਲ ਦਾ, ਜੋ ਉਹਨਾਂ ਨੇ ਇੱਕ ਬਹੁਤ ਹੀ ਵੱਡੇ ਚੈਨਲ ਦੇ ਉੱਤੇ ਬਹੁਤ ਸਾਲਾਂ ਤੱਕ ਕੀਤਾ ਐਂਡ ਆਈ ਥਿੰਕ ਉਸ ਸੀਰੀਅਲ ਦੇ ਨਾਲ ਇਹਨਾਂ ਦੀ ਪਹਿਚਾਨ ਇੰਟਰਮਿੰਗਲ ਹੋ ਕੇ ਜੁੜ ਗਈ। ਮੈਨੂੰ ਲੱਗਦਾ ਕਿਸੇ ਵੀ ਐਕਟਰ ਲਈ ਬਹੁਤ ਵੱਡੀ ਗੱਲ ਹੈ ਕਿ ਉਹਨੂੰ ਉਹਦੇ ਕੈਰੈਕਟਰ ਦੇ ਨਾਮ ਤੋਂ ਜਾਣਿਆ ਜਾਏ, ਉਸ ਨਾਮ ਤੋਂ ਇੰਨਾ ਪਿਆਰ ਮਿਲੇ। ਬਟ आई थिंक बहुत घट ऐसे एक्टर्स होंदे ने जो इन्ना फेम इन्ना कुछ पा के भी एक ब्रेक लैन दी सोचन और ये चाहन कि मैं हुण एक नवी इंडस्ट्री दे विच अपने लिए दोबारा तो जगह बनानी है, उत्थे जाके भी अपने आप नूं प्रूव करना है। एंड ये एक्ट्रेस ने रिद्धि डोगरा।
ਰਿੱਧੀ ਦੇ ਜਿਹੜੇ ਸੀਰੀਅਲ ਸੀਗੇ ਬਹੁਤ ਜ਼ਿਆਦਾ ਪਪੂਲਰ ਸੀਗੇ ਟੀਵੀ ਦੇ ਉੱਤੇ, ਟੀਵੀ ਚੈਨਲਸ ਦੇ ਉੱਤੇ ਇਹਨਾਂ ਦੇ ਸੀਰੀਅਲ ਚੱਲਦੇ ਸੀਗੇ ਔਰ ਹਰ ਕੋਈ ਇਹਨਾਂ ਦੇ ਕੈਰੈਕਟਰ ਨੂੰ ਬੇਹੱਦ ਪਿਆਰ ਕਰਦਾ ਸੀਗਾ। ਬਟ ਰਿੱਧੀ ਟੁੱਕ ਅ ਬ੍ਰੇਕ ਐਂਡ ਸ਼ੀ ਡਿਸਾਈਡਡ ਕਿ ਸ਼ੀ ਵਿਲ ਮੇਕ ਇਟ ਬਿਗ ਇਨ ਦ ਬਾਲੀਵੁੱਡ। ਔਰ ਜਦੋਂ ਤੁਸੀਂ ਇਹੋ ਜਿਹੀ ਗੱਲ ਸੋਚਦੇ ਹੋ ਨਾ, ਇਹ ਨੈਕਸਟ ਟੂ ਇੰਪੋਸੀਬਲ ਲੱਗਦੀ ਹੈ ਉਸ ਵੇਲੇ, ਬਿਕਾਜ਼ ਆਈ ਥਿੰਕ ਟੀਵੀ ਪੇਜ਼ ਯੋਰ ਬਿਲਸ ਵੈਰੀ ਵੈਰੀ ਵੈਲ। ਟੀਵੀ ਐਕਟਰਸ ਆਰ ਹੈਵੀਲੀ ਪੇਡ ਕਿਉਂਕਿ ਉਹ ਬਹੁਤ ਲੰਬੀਆਂ ਸ਼ਿਫਟਾਂ ਲਾਉਂਦੇ ਨੇ, ਬਹੁਤ ਮੋਟਾ ਪੈਸਾ ਬਣਦਾ ਟੀਵੀ ਦੇ ਵਿੱਚੋਂ। ਐਂਡ ਐਸੇ ਪੈਸੇ ਨੂੰ ਮਨਾ ਕਰਨਾ ਔਰ ਇੱਕ ਨਵੀਂ ਇੰਡਸਟਰੀ ਦੇ ਵਿੱਚ ਪੈਰ ਧਰਨਾ, ਆਈ ਥਿੰਕ ਦਿਸ ਇਜ਼ ਅ ਵੈਰੀ ਵੈਰੀ ਕਰੇਜੀਅਸ ਸਟੈਪ ਜੋ ਲਿਆ ਰਿੱਧੀ ਡੋਗਰਾ ਨੇ। ਐਂਡ ਗੈਸ ਵਾਟ, ਉਹਨਾਂ ਨੇ ਮਿਹਨਤ ਕੀਤੀ ਐਂਡ ਸ਼ੀ ਹੈਡ ਬਿਲੀਫ ਇਨ ਹਰਸੈਲਫ ਐਂਡ ਸ਼ੀ ਵਾਜ਼ ਇਨ ਫਿਲਮ ਜਵਾਨ। ਸ਼ਾਹਰੁਖ ਖਾਨ ਦੇ ਨਾਲ ਫਿਲਮ ਦੇ ਵਿੱਚ ਆਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਐਂਡ ਇਸ ਤੋਂ ਇਲਾਵਾ ਵੀ ਉਹ ਬਹੁਤ ਸਾਰੀ ਵਧੀਆ ਵੈਬ ਸੀਰੀਜ਼ ਜਿਵੇਂ ਕਿ ਅਸੁਰ ਦੇ ਵਿੱਚ ਨਜ਼ਰ ਆਏ ਨੇ ਅਰਸ਼ਦ ਵਾਰਸੀ ਦੇ ਨਾਲ ਕੰਮ ਕਰਦੇ ਹੋਏ। ਐਂਡ ਦਿਸ ਟਾਈਮ ਇਨ ਕੁਲ ਇਸ ਫਿਲਮ ਦੀ ਸਟਾਰਕਾਸਟ ਵੀ ਬਹੁਤ ਤਾਕੜ ਹੈ। ਐਂਡ ਇਹ ਜਿਹੜੀ ਫਿਲਮ ਹੈ ਇਹ ਆਲਰੇਡੀ ਇੱਕ OTT ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੀ ਹੈ। ਇੱਕ ਰਾਇਲ ਦੁਨੀਆ ਦੇ ਵਿੱਚ ਤੁਹਾਨੂੰ ਲੈ ਕੇ ਜਾਂਦੀ ਹੈ। ਐਂਡ ਐਸੀ ਰਾਇਲ ਪ੍ਰਿੰਸੈਸ ਬਣ ਕੇ ਰਿੱਧੀ ਡੋਗਰਾ ਨੂੰ ਕਿਵੇਂ ਦਾ ਲੱਗਾ, ਉਹਨਾਂ ਦੇ ਕੈਰੈਕਟਰ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ, ਬਸ ਇਹ ਕੁਝ ਅਸੀਂ ਉਹਨਾਂ ਤੋਂ ਜਾਣਨਾ ਹੈ। ਸੋ ਕਰਦੇ ਹਾਂ ਰਿੱਧੀ ਦੇ ਨਾਲ ਗੱਲਬਾਤ। ਹਾਈ ਰਿੱਧੀ, ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛਣਾ ਚਾਹਾਂਗੇ ਕਿ ਇਹ ਜਿਹੜੀ ਰਾਇਲ ਪ੍ਰਿੰਸੈਸ ਵਾਲਾ ਕੈਰੈਕਟਰ ਸੀਗਾ ਤੁਹਾਡਾ, ਇਹਦੇ ਬਾਰੇ ਕੁਝ ਦੱਸੋ ਸਾਨੂੰ, ਕਿਵੇਂ ਦਾ ਕੈਰੈक्टर ਸੀਗਾ कुल ਦੇ ਵਿੱਚ? For me it was very interesting। काव्या का किरदार भी प्ले करना बहुत मज़ेदार था क्योंकि मैंने ऐसे रोल नहीं प्ले किए हैं जहाँ एक कैरेक्टर सिर्फ अपने बारे में सोचता है और वो कुछ इट वाज क्लासिक मिडिल चाइल्ड सिंड्रोम कि वो हंसी हुई है दो लोगों के बीच में और वो जा नहीं सकती। बहुत सारे मोमेंट्स ऐसे हैं जो मैं नहीं समझ सकती। जैसे मुझे ऐसा लगता है कि बहुत सारे सीन्स हैं जहाँ काव्या उन लोगों के साथ कमरे में रहती है, तो मुझे ऐसा लगता है निकल क्यों नहीं जाती यहाँ से, मुझे लगता है ऐसे, लेकिन वो उसका परिवार। सो फॉर मी इट वाज वेरी इंटरेस्टिंग टू प्ले अ कैरेक्टर लाइक दैट जिसकी दुनिया ही अलग है, जिसका कंफर्ट जोन ही इतना टॉक्सिक है। बहुत मज़ेदार था और yeah, it was nice. I've never played a character जो इतना I don't care बोलता है। I have always played characters जो बहुत strong होते हैं और जो सबके लिए खड़े होते हैं। ਇਸ ਤੋਂ ਬਾਅਦ ਰਿੱਧੀ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗੇ ਕਿ ਜਦੋਂ ਇੱਕ ਪ੍ਰਿੰਸੈਸ ਦਾ ਕੈਰੈਕਟਰ ਬੰਦਾ ਕਰਦਾ ਹੈ, ਆਈ ਥਿੰਕ ਦੈਟ ਬੋਡੀ ਲੈਂਗੁਏਜ ਇਜ਼ ਵੈਰੀ ਮਚ ਐਸੈਂਸ਼ੀਅਲ। ਸਾਨੂੰ ਕੁਝ ਬਿਹਾਈਂਡ ਦ ਸੀਨ ਦੱਸੋ, ਪ੍ਰਿੰਸੈਸ ਵਾਲਾ ਟ੍ਰੀਟਮੈਂਟ ਤੁਹਾਨੂੰ ਮਿਲਿਆ? ਆਪਣੇ ਆਪ ਨੂੰ ਉਵੇਂ ਟ੍ਰੀਟ ਕੀਤਾ ਤੁਸੀਂ ਤੇ ਕੀ ਕੁਝ ਕੀਤਾ ਸਪੈਸ਼ਲ ਆਪਣੇ ਆਪ ਨੂੰ ਉਹ ਪ੍ਰਿੰਸੈਸ, ਆਪਣੇ ਆਪ ਨੂੰ ਉਹ ਰॉयल ट्रीटमेंट देने के लिए? बहुत एक्साइटिंग था और मैं बहुत मज़ा आया था हमें तो शूट करने में। ये जॉनर की आप बात कर रहे हैं, हमने एक पैलेस में शूट किया था, तो 1 महीना पैलेस में रही हूँ मैं प्रिंसेस की तरह। और आई थिंक उस पैलेस में मैंने मतलब ये BTS इन्फॉर्मेशन है, लेकिन आई थिंक आई चेंज द मैक्सिमम रूम्स। हर थोड़े दिनों में आप लाइक रूम बदल देते हैं तो मैंने सारे रूम्स, सारे फ्लोर्स पे, सब रूम्स में मैं रही थी वहाँ पे, तो बहुत मज़ा आया था। मैं अलग ही दुनिया में चली गई थी, बीटहोवन सुनती थी, मोजार्ट सुनती थी। आई वाज ट्राइंग टू गिव माई सेल्फ दैट प्रिंसेस एक्सपीरियंस। वहाँ जेन्युइनली हम जिस पैलेस में रहते थे, सुबह 6 बजे वहाँ पे पैलेस के बीच में एक म्यूजिशियन फ्लूट बजाते थे। तो हमने उनसे पूछा कि ये क्या है, तो उन्होंने बताया ये पुराने ज़माने का तरीका होता था टू वेक अप the kings and queens and family without disturbing them। भीनी भीनी आवाज़ आपको सुनाई देती है, सुरीली सी फ्लूट बज रहा है और वो आपका अलार्म क्लॉक है। सोचिए क्या रहीसियत है। रिद्धि, एक एक्टर ਦੇ ਲਈ ਸਭ ਤੋਂ ਵੱਡਾ कॉम्प्लीमेंट ਕੀ ਹੁੰਦਾ है अकॉर्डिंग टू यू? जब लोग मेरे कैरेक्टर के नाम से बुलाते हैं एक शो रिलीज होने के बाद, कोई भी कैरेक्टर हो, चाहे वो असुर की नुसरत हो या मैरिड वुमेन की आस्था हो, बदतमीज़ दिल की लिज हो, या कोई भी मेरे कैरेक्टर्स, कावेरी अम्मा, मतलब ऐसा कोई कैरेक्टर नहीं है जिसमें लोगों ने मुझे एसोसिएट ना किया हो, एंड दैट इज़ अ वेरी बिग कॉम्प्लीमेंट फॉर एन एक्टर। रिद्धि, जिवें हुण तुसीं कंप्लीटली एक ट्रांजिशन मार चुके हो ऑलरेडी इनटू द OTT स्पेस, इनटू द फिल्म्स। हुण तुसीं जे अपनी कोई स्क्रिप्ट चूज़ करनी हुंदी है, हाउ वैल अवेयर आर यू कि मैं इदां दी स्क्रिप्ट ही करूँगी, इदां दा काम नहीं करूँगी, ये वाली स्क्रिप्ट दे विच आई हैव द पोटेंशियल टू शो माई सेट ऑफ स्किल्स। सो बेसिकली हाउ डू यू चूज़ योर स्क्रिप्ट? सच बताऊँ तो मेरा जो तरीका है काम करने का वो ये है कि आई वॉन्ट टू, ऑफकोर्स रोल इम्पॉर्टेंट है, सबसे पहले तो बॉटम लाइन है कि रोल मुझे एक्साइट करे। इट हैज़ टू एट सम लेवल मूव मी कि आई फील लाइक आई वॉन्ट टू डू दिस और आई डोंट वॉन्ट टू डू दिस। एंड सेकेंड थिंग इज़ दैट
आई ओनली वर्क विद पीपल हु वांट टू वर्क विद मी. मैं किसी भी सेट पे काम नहीं करती जहाँ कि काम होने के लिए हो रहा है या फिर लोगों को मतलब मुझ में इंटरेस्ट नहीं है बट आई एम देयर. आई रन अवे फ्रॉम सच प्लेसेस. ਰਿਧੀ ਤੁਸੀਂ ਪਿਛਲੇ ਇੰਨੇ ਸਾਲਾਂ ਤੋਂ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ, ਭਾਵੇਂ ਉਹ ਟੈਲੀਵਿਜ਼ਨ ਹੋਏ, ਭਾਵੇਂ ਫਿਲਮਾਂ ਹੋਣ, OTT ਸਪੇਸ ਹੋਏ, ਤੁਸੀਂ ਮੀਡੀਆ ਸਪੇਸ ਦੇ ਨਾਲ ਪਿਛਲੇ ਕਾਫੀ ਲੰਬੇ ਅਰਸੇ ਤੋਂ ਜੁੜੇ ਹੋਏ ਹੋ. ਕੀ ਲੱਗਦਾ ਐਜ਼ ਐਨ ਐਕਟਰ ਤੁਸੀਂ ਕਿੰਨਾ ਕੁ ਇਵੋਲਵ ਹੋਏ ਹੋ ਤੇ ਕਿਵੇਂ ਇਵੋਲਵ ਹੋਏ ਹੋ? मैं कौन से सेट पे थी आई डोंट रिमेम्बर. आई थिंक असुर था. तो माय डायरेक्टर फर्स्ट असुर 1 और मेरे जो डायरेक्टर थे उन्होंने बहुत बहुत प्रेप मुझे करने की कोशिश की कि रिद्धि यू नो आई एम सो सॉरी देयर इज अ लॉट नॉइज ऑन सेट लेकिन इस शॉट में आई वांट अ टीयर टू फॉल एंड इन माय हेड आई एम लाइक of course it's not like it's very easy for me but I know how to get it because ऐसे ही pressure situations में काम किया है बहुत ज़्यादा you know. तो so it has helped. वो जो टेलीविज़न की मेरी ट्रेनिंग है उसने मुझे बहुत हेल्प किया है. there's a lot of confidence I you know with lines, with dialogues, with understanding कि like my ears and eyes are always open on a set. I'm never in my zone या I'm not careless. तो मैं हमेशा प्रेजेंट होती हूँ कि मुझसे दूर डायरेक्टर और DOP कुछ बात कर रहे होंगे मेरे सीन के बारे में, उन्होंने मुझे बताया भी नहीं है पर मैंने सुन लिया है. और जब तक वो मेरे पास आएंगे मुझे बताने के लिए आई विल से आई ऑफ कोर्स आई लिसन टू देम बट आई हैव ऑलरेडी हर्ड व्हाट दे वांट. सो दैट्स द काइंड ऑफ एक्टर आई एम एंड आई थिंक वो मुझे ਟੈਲੀਵਿਜ਼ਨ से ही. ਰਿਧੀ ਜਿਵੇਂ ਹੁਣੇ ਅਸੀਂ ਜ਼ਿਕਰ ਕਰ ਰਹੇ ਸੀਗੇ ਕਿ ਬਹੁਤ ਲੰਬਾ ਅਰਸਾ ਹੋ ਗਿਆ ਤੁਹਾਨੂੰ ਕੰਮ ਕਰਦੇ ਇਸ ਇੰਡਸਟਰੀ ਦੇ ਵਿੱਚ, ਕੀ ਲੱਗਦਾ ਸਭ ਤੋਂ ਜ਼ਿਆਦਾ ਪ੍ਰਾਊਡ ਕਿਸ ਅਚੀਵਮੈਂਟ ਤੇ ਆਪਣੀ ਤੇ ਮਹਿਸੂਸ ਹੁੰਦਾ ਹੈ ਕਿ ਇਸ ਚੀਜ਼ ਲਈ ਆਈ ਐਮ ਵੈਰੀ ਪ੍ਰਾਊਡ ਆਫ ਮਾਈ ਸੈਲਫ? I've worked with Atlee, I've worked with Ekta, I've worked with Nikhil Advani, I've worked with some great people, you know, Sahir Raza, he's, you know, उन्होंने Married Woman direct किया और अभी कुल direct किया है and I'm so grateful. I got a chance to, you know, work with Manish Sharma, जो बेशक मैं उनको बहुत पहले से जानती हूँ बट एज अ डायरेक्टर आई गॉट द अपॉर्चुनिटी टू बी ऑन अ सेट विद हिम. जितने भी डायरेक्टर्स हैं जिनके साथ मैं काम करना चाहती हूँ मैं उनको मैसेज कर सकती हूँ और वो मुझे रिप्लाई करते हैं. दे आर अवेयर ऑफ माई एग्जिस्टेंस. दैट इज़ अ वेरी बिग थिंग. ऑब्वियसली हर एक्टर की एक बकेट लिस्ट भी होंगी है रिधि कि मैं आ भी काम करना है, आ भी काम करना है, ਇਹਦੇ ਨਾਲ ਵੀ ਕੰਮ ਕਰਨਾ ਹੈ. बट जे मैं ਤੁਹਾਨੂੰ ਪੁੱਛਾਂ ਕਿ ਉਹ ਕਿਹੜੇ ਜੌਨਰਾਸ ਹੋਣਗੇ ਜਿਨ੍ਹਾਂ ਦੇ ਵਿੱਚ ਰਿਧि ਡੋਗਰਾ ਕੰਮ ਕਰਨਾ ਚਾਹਣਗੇ ਤੇ ਉਹ ਕਿਹੜੇ ਹੋਣਗੇ? I think I want to do a period drama, something, and I definitely want to do a full-blown love story. All right, so thank you so much Riddhi. It was lovely talking to you and ਤੁਹਾਡੀ ਇਸ ਜਰਨੀ ਨੇ ਬੜੇ ਲੋਕਾਂ ਨੂੰ ਇਨਸਪਾਇਰ ਕਰਨਾ ਹੈ ਜੋ ਇਹ ਟ੍ਰਾਂਜੀਸ਼ਨ ਕਰਨਾ ਚਾਹੁੰਦੇ ਨੇ ਬਟ ਆਬਵੀਅਸਲੀ ਅਕਸਰ ਡਰ ਜਾਂਦੇ ਨੇ. ਬਟ ਲੁਕਿੰਗ ਐਟ ਯੂ ਆਈ ਥਿੰਕ ਯੂ ਆਰ ਅ ਪਿਓਰ ਇਨਸਪੀਰੇਸ਼ਨ. ਦੋਸਤੋ ਇਹ ਸੀਗੇ ਐਕਟਰ ਰਿਧੀ ਡੋਗਰਾ ਜਿਨ੍ਹਾਂ ਨੇ ਗੱਲ ਕੀਤੀ ਆਪਣੇ ਨਿਊ ਪ੍ਰੋਜੈਕਟ ਕੁਲ ਦੇ ਬਾਰੇ, ਆਪਣੀ ਜਰਨੀ ਦੇ ਬਾਰੇ, ਆਪਣੇ ਲਾਈਕਸ ਡਿਸਲਾਈਕਸ ਦੇ ਬਾਰੇ ਐਂਡ ਆਈ ਹੋਪ ਯੂ ਲਾਈਕਡ ਇਟ. ਇਹ ਸੀਗੀ ਰਿਧੀ ਡੋਗਰਾ ਦੇ ਨਾਲ ਕੁਇਕ ਗਲੋਸੀ ਗੌਸਿਪ ਹੈਸ਼ਟੈਗ ਦੇ ਵਿੱਚ. ਦੋਸਤੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਐਸੇ ਪ੍ਰੈਸ ਕਾਨਫਰੰਸ ਤੇ ਜਿੱਥੇ ਇੱਕ ਨਵੀਂ ਫਿਲਮ ਦੇ ਬਾਰੇ ਹੋ ਰਹੀ ਹੈ ਗੱਲਬਾਤ. ਇਹ ਫਿਲਮ ਕਿਹੜੀ ਹੈ, ਇਸ ਫਿਲਮ ਦੇ ਨਾਲ ਰਿਲੇਟਡ ਹੋਰ ਵੀ ਬਹੁਤ ਸਾਰੀਆਂ ਗੱਲਾਂ, ਇਹਨਾਂ ਐਕਟਰਸ ਦੇ ਨਾਲ ਰਿਲੇਟਡ ਹੋਰ ਵੀ ਬਹੁਤ ਸਾਰੇ ਪਲ ਤੁਹਾਡੇ ਨਾਲ ਕਰਾਂਗੇ ਸ਼ੇਅਰ ਜੋ ਸੀਗੇ ਸਿਰਫ ਬਿਹਾਈਂਡ ਦ ਸੀਨਸ ਬਟ ਹੁਣ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਤਾਂ ਹੀ ਇਹ ਆ ਗਏ ਨੇ ਇਨ ਦ ਫਰੰਟ ਸੀਟ. ਸੋ ਨਾਓ ਕੁਇਕਲੀ ਗੈਟ ਰੈਡੀ ਕਿਉਂਕਿ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਾਡਾ ਲਾਸਟ ਸੈਗਮੈਂਟ ਜਿਹਦਾ ਨਾਮ ਹੈ ਹੈਲੋ ਮਾਈਕ ਚੈੱਕ. जिस फिल्म का ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਇਸ ਫਿਲਮ ਦਾ ਨਾਮ ਹੈ ਕੇਸਰੀ ਵੀ. ਇਹ ਫਿਲਮ ਕਿਸ ਘਟਨਾ ਦੇ ਉੱਤੇ ਆਧਾਰਿਤ ਹੈ ਇਹ ਸਭ ਕੁਝ ਤੁਸੀਂ ਆਲਰੇਡੀ ਸੋਸ਼ਲ ਮੀਡੀਆ ਦੇ ਥਰੂ ਜਾਣ ਗਏ ਹੋਗੇ, ਟ੍ਰੇਲਰ ਦੇਖ ਕੇ ਜਾਣ ਗਏ ਹੋਗੇ ਬਟ ਹੁਣ ਅਸੀਂ ਗੱਲ ਕਰਾਂਗੇ ਇਸ ਫਿਲਮ ਦੇ ਐਕਟਰਸ ਦੇ ਨਾਲ. ਸਭ ਤੋਂ ਪਹਿਲਾਂ ਸੁਨੀਲ ਸ਼ੈਟੀ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ. ਅਨਾ ਤੁਸੀਂ ਹਮੇਸ਼ਾ ਐਸੇ ਪ੍ਰੋਜੈਕਟਸ ਚੁਣਦੇ ਹੋ ਜਿਹਦੇ ਵਿੱਚ ਦੇਸ਼ ਭਗਤੀ ਦੀ ਗੱਲ ਕੀਤੀ ਜਾਂਦੀ ਹੈ, ਭਾਵੇਂ ਬਾਰਡਰ ਦੀ ਗੱਲ ਕਰ ਲਓ, ਤੁਹਾਡੇ ਆਈਕੋਨਿਕ ਕੈਰੈਕਟਰਸ ਦੇ ਵਿੱਚੋਂ ਇੱਕ ਹੈ ਉਹ ਫਿਲਮ. ਅਤੇ ਹੁਣ ਇਸ ਵਾਰ ਫਿਰ ਤੋਂ ਉਹੋ ਜਿਹਾ ਪੈਟਰੋਟਿਜ਼ਮ ਸਾਨੂੰ ਨਜ਼ਰ ਆ ਰਿਹਾ ਫਿਲਮ ਕੇਸਰੀ ਵੀਰ ਦੇ ਵਿੱਚ. ਤੁਸੀਂ ਡੈਲੀਬਰੇਟਲੀ ਇਹ ਕੋਸ਼ਿਸ਼ ਕਰਦੇ ਹੋ ਕਿ ਦੇਸ਼ ਦੇ ਨਾਲ ਜੁੜੇ ਹੋਏ ਮੁੱਦੇ, ਦੇਸ਼ ਦੇ ਨਾਲ ਦੇਸ਼ ਭਗਤੀ ਦੇ ਜਜ਼ਬੇ ਦੇ ਨਾਲ ਜੁੜੇ ਹੋਏ ਫਿਲਮਾਂ, ਟੌਪਿਕ, ਸਬਜੈਕਟ, ਇਹੋ ਜਿਹੇ ਸਬਜੈਕਟਸ ਤੁਸੀਂ ਪਿਕ ਕਰੋ. ਕੀ ਕਹਿਣਾ ਚਾਹੋਗੇ? I mean, this was an extension of my character from Border, Kayamat, मैं हूं ना. और जब भी भारत की बात होती है, जब भी इंडिया की बात होती है, आई थिंक कहीं ना कहीं से वो एक एनर्जी आ जाती है. एंड आई थिंक माई लव फॉर द कंट्री शोज एंड इट्स ऑलवेज शोन, बी इट इन स्पोर्ट, बी इट इन एनीथिंग.
एंड दैट इज़ वाई दिस अपॉर्चुनिटी मीन्स अ लॉट. और महादेव की जब बात करते हैं तो वो एक्स्ट्रा स्पेशल हो जाता है. बट इट ऑल्सो शोज टॉक्स टू यू अबाउट द कल्चर ऑफ द पीपल ऑफ द country, what the Sanatan Dharma is all about. You know, what do we believe in? What have we been trying to say, and what are we still trying to tell the world? That who are we and where do we come from? The oldest, the richest, you know, and far, you know, definitely the best. Like I said, always is dharma, seva and karma, and that's all we believe in. That's what this film is about. ਅਗਲਾ ਸਵਾਲ ਮੇਰਾ ਹੈ ਸੂਰਜ ਪੰਚੋਲੀ ਜੀ ਦੇ ਲਈ ਬਹੁਤ ਲੰਬੇ ਅਰਸੇ ਤੋਂ ਬਾਅਦ ਤੁਸੀਂ ਸਾਨੂੰ ਨਜ਼ਰ ਆਏ ਹੋ. ਸਭ ਤੋਂ ਪਹਿਲਾਂ ਤੇ ਅ ਬਿਗ ਹਾਈ, ਕਿਉਂਕਿ ਤੁਸੀਂ ਕਾਫੀ ਦੇਰ ਤੋਂ ਮਿਸਿੰਗ ਸੀਗੇ ਫਰਮ ਦ ਬਾਲੀਵੁੱਡ ਸੀਨ. ਤੁਹਾਨੂੰ ਪੁੱਛਣਾ ਚਾਹੂੰਗੀ ਸੂਰਜ, ਇਹ ਜਿਹੜੀ ਸਕ੍ਰਿਪਟ ਹੈ, ਬਿਕੋਜ਼ ਆਬਵੀਅਸਲੀ ਇੰਨੇ ਲੰਬੇ ਅਰਸੇ ਬਾਅਦ ਤੁਸੀਂ ਕਿਸੇ ਪ੍ਰੋਜੈਕਟ ਦੇ ਨਾਲ ਜੁੜਨ ਜਾ ਰਹੇ ਸੀਗੇ, ਡਿਡ ਯੂ ਆਸਕ ਦ ਮੇਕਰਸ ਕਿ ਉਹਨਾਂ ਦਾ ਪਰਪਸ ਕੀ ਹੈ ਇਹ ਫਿਲਮ ਬਣਾਉਣ ਦੇ ਪਿੱਛੇ? I asked Kanu sir, so why are you making this film? He said, सूरज मैं मेरी वाइफ के साथ हमेशा बैठ के बॉलीवुड फिल्में देखता था या गुजराती फिल्में देखता था. एंड शी ऑलवेज यूज्ड टू टेल मी, ये क्या फिल्में देख रहे हो आप, ये क्यों देख रहे हो आप, ये मतलब बकवास फिल्में हैं. ओके. एंड ही सेड, एक दिन मैं गुजराती फिल्म देख रहा था हमीर जी गोहिल पे. देयर इज़ वन फिल्म मेड इन गुजरात ऑन द सेम सब्जेक्ट. एंड हिज वाइफ सेड कि चलो ये फिल्म मैं आपके साथ देखती हूँ. एंड बाय द एंड ऑफ द फिल्म शी सेड दैट अगर आप कभी भी लाइफ में फिल्म बनाओगे तो ऐसी फिल्म बनाना. एंड आफ्टर अ फ्यू मंथ्स शी पास्ड अवे. सो दिस इज़ हिज ड्रीम प्रोजेक्ट, नॉट फॉर हिमसेल्फ, इट इज़ एक्चुअली फॉर हिज वाइफ. ਆਲਸੋ ਅਗਲਾ ਜਿਹੜਾ ਲਾਜ਼ਮੀ ਸਵਾਲ ਹੈ ਉਹ ਤਾਂ ਇਹੀ ਬਣਦਾ ਹੈ ਕਿ ਕੀ ਰੀਜ਼ਨ ਹੈ ਕਿ ਤੁਸੀਂ ਇੰਨੇ ਲੰਬੇ ਅਰਸੇ ਦੇ ਬਾਅਦ ਸਾਨੂੰ ਨਜ਼ਰ ਆ ਰਹੇ ਹੋ? Life. Many things I had to clear from my life. Of course, everyone knows about it. There's nothing, no hiding behind it. And my mother says good things take time. So, and I was waiting for the right film, and I don't think I could have ever gotten a better film than this to, let me say it, come back. ਅਨਾ ਹੁਣ ਤੁਹਾਨੂੰ ਸਵਾਲ ਪੁੱਛਣਾ ਚਾਹੂੰਗੀ, ਯਾਨੀ ਕਿ ਸੁਨੀਲ ਸ਼ੈਟੀ ਜੀ ਨੂੰ ਸਵਾਲ ਪੁੱਛਣਾ ਚਾਹੂੰਗੀ ਕਿ ਬਾਈ ਦ ਲੁੱਕਸ ਆਫ ਇਟ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਤੁਸੀਂ ਇਸ ਫਿਲਮ ਦੇ ਵਿੱਚ ਇੱਕ ਨੈਗੇਟਿਵ ਕੈਰੈਕਟਰ, ਇੱਕ ਗ੍ਰੇ ਕੈਰੈਕਟਰ ਨਿਭਾ ਰਹੇ ਹੋ? देश से बढ़कर मेरे लिए कुछ नहीं है. I'm not just saying it, but even in sport या कहीं भी हो, जब मेरी देश की बात आती है तो आई थिंक आई एम अ डिफरेंट ह्यूमन बीइंग ऑल टुगेदर. एंड दैट इज़ व्हाट, ये इसीलिए मैं कहता हूँ ये एक एक्सटेंशन है, शायद मेरी ज़िंदगी का ही एक एक्सटेंशन है ये. और आई नेवर यू नो, मैं कभी डरा नहीं हूँ. राघवन नेगेटिव था अकॉर्डिंग टू द स्क्रिप्ट, लेकिन जब मैंने सुना मुझे 2 मिनट लगे हाँ बोलने के लिए. एंड आई स्टिल रिमेंबर फारा टेलिंग मी कि यू नो अच्छे सुन के डर जाते, you're नेगेटिव. आई सेड मैं नेगेटिव कैसे हूँ? दुश्मन हमारा हमेशा वही रहेगा. मेरा यू नो मेरी बच्चे की मौत हुई है और बॉर्डर के उस पार है. मैं बस चाहता हूँ कि मेरा बच्चे की बॉडी मुझे वापस दे दे, और वो देने के लिए तैयार नहीं थे, तो दुश्मनी डबल ही हो जाएगी ना. तो मैं किस एंगल से नेगेटिव था? देव के पॉइंट ऑफ व्यू से भी मुझे अवार्ड मिला था कि धड़कन में कि ये नेगेटिव है, लेकिन एक इंसान जब अपनी गर्लफ्रेंड से इतना प्यार करता है वो नेगेटिव हो कैसे सकता है? So you know, I always look at my characters that way. And वेगड़ा जी एक important character इस फिल्म के, एक बहुत ही important character है. You know, who's absolutely in love with his daughter, and she means the world to him. और जब आप कहानी देखोगे आप समझोगे कि ये प्रेम कहानी कैसी प्रेम कहानी है. ये बहुत ही अलग प्रेम कहानी है. जब पिता को समझ में ही नहीं आता इनिशियली कि बेटी तू करने क्या जा रही है, बट शी सेज नहीं पापा यही चाहिए मुझे. और उसमें भी एक रिलेशनशिप है. तो आई थिंक बहुत खूबसूरत कहानी है ये, और इसलिए हमने बनाई. ਆਲਸੋ ਸੁਨੀਲ ਸ਼ੈਟੀ ਜੀ, ਤੁਹਾਨੂੰ ਇੱਕ ਹੋਰ ਸਵਾਲ ਕਰਨਾ ਚਾਹੁੰਦੀ ਹਾਂ. ਸੁਨੀਲ ਸਰ, ਕੀ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਕਿਹੜੀਆਂ ਕੁਆਲਿਟੀਜ਼ ਨੇ ਜਿਹਦੇ ਕਰਕੇ ਆਡੀਅנס ਥੀਏਟਰਸ ਦੇ ਵਿੱਚ ਆਏਗੀ ਇਹ ਫਿਲਮ ਦੇਖਣ ਲਈ? ਉਹ ਕਿਹੜੀਆਂ ਪਲੱਸ ਪੁਆਇੰਟਸ ਨੇ ਇਸ ਫਿਲਮ ਦੇ ਜਿਹਦੇ ਕਰਕੇ ਆਡੀਅנס ਆਪਣਾ ਪੈਸਾ ਖਰਚੇਗੀ, ਟਿਕਟ ਖਰੀਦੇਗੀ ਤੇ ਇਹ ਫਿਲਮ ਦੇਖਣ ਲਈ ਪਹੁੰਚੇਗੀ ਸਿਨੇਮਾ ਘਰਾਂ ਦੇ ਵਿੱਚ? यू समवेयर डाउन द लाइन थिंक कि लोग चाहते भी हैं कि अच्छी फिल्में बने, you know, and I know it's going to be a struggle for us, you know, to get the people to come into the theaters, believe in us,
but I think what they will believe is the story, is the script, and that's why. ਆਲਸੋ ਅਨਿਆ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਕੀ ਲੱਗਦਾ ਤੁਹਾਨੂੰ ਕਿ ਪਹਿਲੇ ਇਹੋ ਜਿਹੇ ਸਬਜੈਕਟਸ ਕਿਉਂ ਨਹੀਂ ਬਣਦੇ ਸੀਗੇ, ਕਿਉਂ ਨਹੀਂ ਕਦੀ ਬਾਹਰ ਆਏ ਇਹੋ ਜਿਹੇ ਕਹਾਣੀਆਂ, ਇਹੋ ਜਿਹੇ टॉपिक्स, की कहना चाहोगे? हिस्ट्री को ही तकलीफ थी हमारे कॉलेजेस में, स्कूल में भी कभी नहीं पढ़ाया गया हमें। औरंगज़ेब के बारे में और अकबर के बारे में और बिरबल के बारे में बताया गया था, लेकिन हमारे हीरोज़ के बारे में कभी नहीं बताया गया। तो आई थिंक अब वक्त है बताने का, उन कहानियों को फिर से दोहराने का। द ऑडियंस हैज़ चेंज्ड, काफ़ी मीडियम्स है जहाँ ये कहानियाँ उन तक पहुँच सकती है, लास्ट माइल तक पहुँच सकती है, एंड यूज़र तक पहुँच सकती है। तो आई थिंक वो बहुत ही इम्पॉर्टेंट बात है। और मेरा मानना ये भी है कि हम वो भूल चुके हैं कि एक ऑडियंस होती है जो फिल्म में देखना चाहती है, दे आर रिस्पॉन्सिबल फॉर द सक्सेस और द फेलियर ऑफ अ फिल्म। हम फाइनेंशियल टेबल पे जब सक्सेस हो जाती है फिल्म, हम समझ लेते हैं कि इट्स अ सक्सेसफुल स्क्रिप्ट, बट नो, अनफॉर्चुनेटली 5, 2, 3, 4 साल से हम ये देखते आ रहे हैं। तो आई थिंक इट्स इम्पॉर्टेंट दैट वी गो बैक टू द ड्राइंग टेबल एंड टेक आउट सच स्टोरीज एंड नरेटेड इन योर ओन पर्टिकुलर वे। 28 स्टेट्स, 9 यूनियन टेरिटरीज, हर स्टेट, हर यूनियन टेरिटरी की एक कहानी है। तो अगर उन इलाकों में से कोई ना कोई आके, जैसे कनू भाई, ही केम अप एंड ही सेड आई वांट टू टेल द स्टोरी ऑफ गुजरात, maybe I would not know as much, I would want to talk about a story from Karnataka। तो वैसे ही अगर एक्टर्स, डायरेक्टर्स, प्रोड्यूसर निकलेंगे तो अच्छी कहानियाँ बनेंगी। और जो हम हमेशा कंपेयर करते हैं, नहीं यार उनके कंपैरिजन में हमारी फिल्म में कुछ नहीं है, वो जो डर हमारे अंदर बैठा है कि और कोई भगवान है और हम नहीं, आई थिंक वो निकालना बहुत ज़रूरी है। एंड वी गॉट टू स्टार्ट बिलीविंग इन आवरसेल्फ एंड एग्जीक्यूटिंग द फिल्म्स दैट मेक सेंस एंड नॉट नेसेसरी फाइनेंशियल सेंस ओनली। दैट्स वहाँ हम गलत है। तो ये कहानियाँ आप देखेंगे भी और सुनेंगे भी, और आगे भी वैसे ही कहानियाँ बनेगी। सूरज, ਤੁਸੀਂ ਕਾਫੀ ਟਫ ਟਾਈਮਸ ਦੇਖੇ ਨੇ ਔਰ ਇਹ ਟਫ ਟਾਈਮਸ ਰੱਬ ਕਿਸੇ ਹੋਰ ਨੂੰ ਨਾ ਹੀ ਦਿਖਾਏ, ਬਟ ਇਹਨਾਂ ਟਫ ਟਾਈਮਸ ਤੋਂ ਓਵਰਕਮ ਤੁਸੀਂ ਕਿਵੇਂ ਕੀਤਾ ਹੈ ਐਂਡ ਹੈਵ ਯੂ ਫੁੱਲੀ ਰਿਕਵਰਡ ਫਰਮ दैट? देखो, दिल साफ है मेरा, एंड द पीपल हु नो मी दे नो दैट आई हैव अ क्लीन हार्ट, एंड आई हैव अ वेरी गुड सपोर्ट सिस्टम, माय मदर, माय सिस्टर। So they always kept me motivated. I always took care of my health. That's the first thing I did, always took care of my health. And people think I go to the gym because I want a good physique or whatever. No, it's for the mind, you know. I always took care of my body because I wanted my brain to be strong. So I've been strong, and there's still a long way to go. अब इतना झेल लिया तो बाकी झेल लेंगे। ਆਲਸੋ ਨੈਕਸਟ ਕੁਐਸਚਨ ਇਜ਼ ਫॉर ਆਕਾਂक्षा ਤੁਹਾਨੂੰ ਪੁੱਛਣਾ ਚਾਹੂੰਗੀ ਕਿ ਐਸੇ ਕਿਰਦਾਰ ਲਈ ਪ੍ਰੈਪਰੇਸ਼ਨ ਵੀ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ, ਸੋ ਕਿਵੇਂ ਪ੍ਰਿਪੇਅਰ ਕੀਤਾ ਇਸ ਕਿਰਦਾਰ ਲਈ? मैं प्रिंसा के साथ बहुत ज़्यादा बैठी, मैंने अपने राइटर के साथ बहुत बैठी, एंड आई ड्रू इंस्पिरेशन फ्रॉम लॉट ऑफ फिल्म्स। I actually, when I saw Ram Leela, I was in my 12th grade and I had my board examinations. I was a very studious girl, but I stopped studying. I dropped it. I was like, this is what I want to do for the rest of my life. And ever since then, Ram Leela, Bajirao Mastani, Padmavat, Bahubali, these kind of characters, you know, really like I wanted to play something like that. And I'm really lucky and grateful कि मुझे राजल का कैरेक्टर मिला, क्योंकि उनकी, जैसे मैंने पहले कहा कि उनकी बैटल्स जो थी वो बैटल फील्ड में ही नहीं थी, उनकी एक अंदर की भी, हर बैटल्स वर विद इन। ਆਲਸੋ ਸੁਨੀਲ ਸਰ, ਤੁਹਾਡੇ ਕੋਲੋਂ ਇਹ ਸਵਾਲ ਪੁੱਛਣਾ ਵੀ ਬਹੁਤ ਲਾਜ਼ਮੀ ਹੈ ਕਿਉਂਕਿ ਤੁਹਾਡੀ ਤੇ ਅਕਸ਼ੇ ਕੁਮਾਰ ਜੀ ਦੀ ਜੋੜੀ ਸਾਨੂੰ ਸਾਰਿਆਂ ਨੂੰ ਐਜ਼ ਆਡੀਅנס ਬੜੀ ਪਸੰਦ ਆਉਂਦੀ ਹੈ। ਸੋ ਹੁਣ ਜਲਦ ਹੀ ਸਾਨੂੰ ਦੇਖਣ ਨੂੰ ਮਿਲੇਗੀ ਅਕਸ਼ੇ ਕੁਮਾਰ ਦੇ ਨਾਲ ਤੁਹਾਡੀ ਜੋੜੀ, ਤੁਹਾਡੀ ਪੇਅਰਿੰਗ ਕਿਸੇ ਫਿਲਮ ਦੇ ਵਿੱਚ? हेरा फेरी ਸਰ, हेरा फेरी अरे वो देशभक्ति की फिल्म है जो देश को खुश रख सकता। जो आज के बच्चों की प्रॉब्लम क्या है ना, मेंटली वो खुश नहीं है। हेरा फेरी आप लोगों के लिए, ताकि आप मेंटली खुश रहो, और से हमारे देश में जो कुछ भी है एक्स्ट्रा ऑर्डिनरी है, इट्स द बेस्ट। हम लोगों को हंसाते हैं, खिलाते हैं, गरीबी में भी हंसते भी है और हंसाते भी है, और बाबू भाई जैसे एक पार्टनर मिल जाए तो आप पूछना ही मत।
ਥੈਂਕ ਯੂ ਸੋ ਮਚ ਸੁਨੀਲ ਸਰ, ਸੂਰਜ ਐਂਡ ਐਵਰੀਬਾਡੀ। ਕੇਸਰੀ ਵੀਰ ਦੇ ਲਈ ਆਲ ਦ ਵੈਰੀ ਬੈਸਟ। ਤੁਹਾਡੀ ਜਿਹੜੀ ਗੱਲ ਹੈ ਉਹ ਸਾਡੀ ਆਡੀਅנס ਤੱਕ ਪਹੁੰਚ ਗਈ ਹੈ। ਹੁਣ ਆਡੀਅנס ਆਪਣਾ ਟੇਕ ਬਣਾਏਗੀ ਕਿ ਉਹਨਾਂ ਨੇ ਇਸ ਫਿਲਮ ਨੂੰ ਕਿੰਨਾ ਕੁ ਪਿਆਰ ਦੇਣਾ ਹੈ, ਦੇਖਣ ਜਾਣਾ ਹੈ ਜਾਂ ਨਹੀਂ ਦੇਖਣ ਜਾਣਾ ਹੈ। ਬਟ ਸਾਡਾ ਕੰਮ ਹੋ ਗਿਆ ਜੋ ਸੀਗਾ ਤੁਹਾਡੇ ਮੈਸੇਜ, ਤੁਹਾਡੇ ਥਾਟਸ, ਤੁਹਾਡੇ ਵਿਊਜ਼ ਆਡੀਅנס ਤੱਕ ਅਸੀਂ ਪਹੁੰਚਾ ਦਿੱਤੇ ਨੇ। ਹੁਣ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਹੈ ਇੱਕਦਮ ਸਮਾਰਟ ਆਡੀਅנס, ਇਹ ਆਪਣਾ ਟੇਕ ਆਪ ਬਣਾਉਂਦੇ ਨੇ। ਔਰ ਥੈਂਕ ਯੂ ਸੋ ਮਚ ਐਂਡ ਆਲ ਦ ਵੈਰੀ ਬੈਸਟ ਫॉर ਕੇਸਰੀ। ਦੋਸਤੋ ਇਹ ਸੀਗਾ ਸਾਡਾ ਅੱਜ ਦਾ ਐਪੀਸੋਡ ਆਫ #ਟੇਕ। ਭਈ ਅਸੀਂ ਆਪਣਾ ਕੰਮ ਕਰ ਦਿੰਦੇ ਹਾਂ, ਆਪਣਾ ਟੇਕ ਤੁਹਾਡੇ ਤੱਕ ਰੱਖ ਦਿੰਦੇ ਹਾਂ, ਬਟ ਤੁਸੀਂ ਆਪਣਾ ਟੇਕ ਬਣਾਓ ਜਾਂ ਫਿਰ ਆਪਣਾ ਕੋਈ ਟੇਕ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਇਸ ਨੰਬਰ ਦੇ ਉੱਤੇ ਕਰ ਸਕਦੇ ਹੋ। ਇਸ ਤੋਂ ਇਲਾਵਾ ਸੌਂਗ ਆਫ ਦ ਡੇ ਜੇ ਤੁਸੀਂ ਰਿਕੁਐਸਟ ਕਰਨਾ ਚਾਹੁੰਦੇ ਹੋ ਵਿਦ ਯੋਰ ਨੇਮ, ਤੁਹਾਨੂੰ ਇਸ ਨੰਬਰ ਦੇ ਉੱਤੇ ਮੈਸੇਜ ਕਰ ਦਿਆ ਕਰੋ, ਗਾਣਾ ਚੱਲ ਜਾਏਗਾ। ਬਸ ਅੱਜ ਦੇ ਐਪੀਸੋਡ ਲਈ ਇੰਨਾ ਹੀ। ਮਿਲਾਂਗੇ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ। ਤਦ ਤੱਕ ਲਈ ਮੈਨੂੰ ਯਾਨੀ ਸਾਰਿਆਂ ਨੂੰ ਦਿਓ ਇਜਾਜ਼ਤ। ਬਾਏ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ ਐਂਡ ਕੀਪ ਵਾਚਿੰਗ #ਟੇਕ।